यस सर। ਤੇ ਆਪਾਂ ਫਿਰ ਐਸਐਚ ਕੀ ਕੀਤਾ ਹੁਣ ਉਹਨੇ ਇਸ ਟੌਪਿਕ ਦੇ ਅੰਦਰ ਤੁਹਾਨੂੰ ਇਹੀ ਕਰਕੇ ਦਿਖਾਇਆ ਸੀ ਜੇ ਉਹਦਾ ਧਿਆਨ ਦਿਓ ਉਹਨੇ ਦੋਨੋਂ ਦੇ ਦੋਨੋਂ ਜਿਹੜੇ ਟਾਰਕ ਬਣੇ ਠੀਕ ਹੈ ਇਧਰੋਂ ਟਾਰਕ ਲਿਖ ਰਿਹਾ ਪਹਿਲਾਂ ਇੱਕ ਟਾਰਕ ਮੇਰੇ ਕੋਲ ਚਲੋ ਆ ਚੀਜ਼ ਹਟਾ ਰਹੇ ਇੱਕ ਟਾਰਕ ਆਪਾਂ ਜੇ ਲਿਖ ਕੇ ਚੱਲੀਏ ਇਥੋਂ ਤੇ ਆਪਣਾ mv²r ਵਾਲੀ ਫੋਰਸ ਨੇ ਆ ਹੁਣ mv²r ਵਾਲੀ ਫੋਰਸ ਹੌਰੀਜ਼ੌਂਟਲ ਆ ਤੇ ਪਰਪੈਂਡੀਕੂਲਰ ਡਿਸਟੈਂਸ ਸੈਂਟਰ ਤੋਂ ਆ ਵਾਲਾ ਹੋਏਗਾ ਜਿਹੜਾ ਕਿ ਮੇਰਾ h ਹੋਏਗਾ ਇਹਦਾ ਮਤਲਬ ਆਪਣੀ ਕੰਡੀਸ਼ਨ ਆ ਬਣ ਗਈ mv²r h यानी फोर्स इनटू परपेंडिकुलर डिस्टेंस ਇਹਦੇ ਨਾਲ ਬਣਿਆ ਟਾਰਕ ਠੀਕ ਹੈ ਜੀ ਇਹ ਬੈਲੈਂਸ ਹੋ ਜਵੇ ਕਿਹਦੇ ਨਾਲ ਕਹਿੰਦਾ ਜਿਹੜਾ ਮੇਰੇ ਕੋਲ weight ਦੇ ਕਰਕੇ ਟਾਰਕ ਬਣੇਗਾ ਤੇ weight ਵਾਲਾ ਟਾਰਕ ਆ ਗਿਆ mg ਫੋਰਸ y ਐਕਸਿਸ ਤੇ ਆ ਗਈ ਤੇ ਇਹਦਾ ਸੈਂਟਰ ਤੋਂ h ਤੱਕ ਦਾ ਪਰਪੈਂਡੀਕੂਲਰ ਡਿਸਟੈਂਸ ਮੇਰਾ x ਹੋ ਗਿਆ ਯਾਨੀ mg x ਆ ਜੂ ਆ ਦੋ ਕੰਡੀਸ਼ਨਾਂ ਇਕੁਏਟ ਕਰਕੇ m ਕੈਨਸਲ ਆਊਟ ਕਰ ਲਓ ਤੇ ਇੱਥੋਂ v ਕੱਢ ਦਿਓ ਤੇ v ਦਾ ਫਾਰਮੂਲਾ ਤੁਹਾਡੀ ਓਵਰ ਟਰਨਿੰਗ ਨੂੰ ਅਵੋਇਡ ਕਰਾਏਗਾ ਮਤਲਬ ਇੰਨੀ ਮੇਰੀ ਮੈਕਸਿਮਮ ਵੈਲੋਸਿਟੀ ਉਸ ਵੇਲੇ ਹੋ ਸਕਦੀ ਹੈ ਵਹੀਕਲ ਦੀ ਜਿੰਨਾ ਮੇਰਾ ਵਹੀਕਲ ਜਿਹੜਾ ਓਵਰ ਟਰਨ ਨਾ ਕਰੇ ਉਹ ਉਹਨੇ ਕਿਹਾ ਸੀ ਵੈਲੋਸਿਟੀ ਕੱਢ ਕੇ ਦਿਖਾ ਦੋ ਕੀ ਗੱਲ ਸਮਝ ਲੱਗੀ ਸਾਰਿਆਂ ਨੂੰ यस सर। यस सर। ਮੈਂ ਇੱਕ ਵਾਰੀ ਜਲਦੀ ਜਿਹੜਾ ਨੇ ਲੇਟ ਜੁਆਇਨ ਕੀਤਾ ਮੈਂ ਜਲਦੀ ਇੱਕ ਵਾਰੀ ਦੁਬਾਰਾ ਕੰਡੀਸ਼ਨ ਦੱਸਦਾ ਪਿਆ ਡਾਊਟ ਇਹ ਸੀਗਾ ਕਿ ਜਦੋਂ ਵਹੀਕਲ ਕਿਸੇ ਲੈਵਲ ਕਰਵਡ ਰੋਡ ਦੇ ਉੱਤੇ ਮੂਵ ਕਰਦਾ ਔਰ ਰੋਡ ਦੇ ਉੱਤੇ ਆਪਾਂ ਬੈਂਕਿੰਗ ਵੀ ਨਾ ਕੀਤੀ ਹੋਵੇ ਤੇ ਉਸ ਮੂਵਮੈਂਟ ਤੇ ਵਹੀਕਲ ਨੂੰ ਆਪਣੀ ਨਾਰਮਲ ਸਪੀਡ ਤੋਂ ਬਹੁਤ ਸਲੋ ਨਿਕਲਣਾ ਪਏਗਾ ਉੱਤੇ ਅਦਰਵਾਈਜ਼ ਉਹ ਕਹਿੰਦਾ ਜੀ ਉਤੋਂ ਓਵਰਟਰਨ ਕਰੇਗਾ ਉਹਨੇ ਕਿਹਾ ਫਿਰ ਉਹਦੀ ਸਪੀਡ ਦੀ ਉਸ ਮੂਵਮੈਂਟ ਤੇ ਲਿਮਿਟ ਕੀ ਹੋਏਗੀ ਤੇ ਅਸੀਂ ਇਹ ਡਿਫਾਈਨ ਕੀਤਾ ਕਿ ਜਦੋਂ ਇਹ ਵਹੀਕਲ ਜਿਹੜਾ ਵਾ ਇਸ ਲੈਵਲ ਰੋਡ ਦੇ ਉੱਤੇ ਮੂਵ ਕਰਦਾ ਪਿਆ ਆ ਮੋੜ ਤੋਂ ਉਹਨੇ ਟਰਨ ਲੈਣਾ ਵਾ ਜਦੋਂ ਇਹਨੇ ਇੱਥੋਂ ਟਰਨ ਲੈਣਾ ਵਾ ਤੇ ਇਸ ਵੇਲੇ ਇਸ ਵਹੀਕਲ ਦੇ ਡਿਫਰੈਂਟ ਫੋਰਸਸ ਕਿਹੜੀਆਂ ਤੇ ਨੰਬਰ 1 ਅਸੀਂ ਕਿਹਾ ਜੀ ਵਹੀਕਲ ਦਾ weight ਵਰਟੀਕਲੀ ਡਾਊਨਵਰਡ ਹੋਏਗਾ ਇੱਕ ਤੇ ਦੋਨਾਂ ਵਹੀਕਲ ਦੇ ਦੋਨਾਂ ਵੀਲ ਜਿਹੜੇ ਫਰੰਟ ਵੀਲ ਜਾਂ ਦੋਨੋਂ ਬੈਕ ਵੀਲ ਹਨਾ ਉਹਨਾਂ ਵਿਚਲਾ ਗੈਪ ਅਸੀਂ 2x ਰੱਖ ਲਿਆ तो कहना जी इस वेले ਜਿਹੜੀ ਫੋਰਸ ਇਹਨੂੰ ਓਵਰਟਰਨ ਕਰਨਾ ਚਾਹ ਰਹੀ ਆ ਉਹ ਸੈਂਟਰੀਪੀਟਲ ਜਿਹੜੀ ਟੁਵਰਡਸ ਦਾ ਸੈਂਟਰ ਕਹਿੰਦਾ ਜੀ ਬੰਦੀ ਪਈ ਹੈ ਨਾ ਕਿਉਂਕਿ ਸਰਕੂਲਰ ਪਾਥ ਤੇ ਫ੍ਰਿਕਸ਼ਨ ਨਹੀਂ ਮਿਲਦੀ ਪਈ ਇਸ ਵੇਲੇ ਇੱਥੇ ਫ੍ਰਿਕਸ਼ਨ ਉਹ ਕਹਿੰਦਾ ਨਹੀਂ ਹੈਗੀ ਰੋਡ ਦੀ ਬੈਂਕਿੰਗ ਨਹੀਂ ਹੈਗੀ ਇਹਨਾਂ ਜਿੰਨੀ ਤੁਹਾਨੂੰ ਫ੍ਰਿਕਸ਼ਨ ਅੰਦਰ ਨੂੰ ਮੁੜਨ ਵਾਸਤੇ ਚਾਹੀਦੀ ਸੀ ਉਹ ਨਹੀਂ ਹੈਗੀ ਤੇ ਜੇ ਇਹ ਫੋਰਸ ਨਹੀਂ ਹੋ ਤੇ ਫਿਰ ਬਾਡੀ ਦੀ ਨੈਚੁਰਲ ਟੈਂਡੈਂਸੀ ਹੁੰਦੀ ਆ ਬਾਡੀ ਕਰਵੇਚਰ ਨੂੰ ਛੱਡ ਕੇ ਸਟ੍ਰੇਟ ਤੇ ਜਾਣਾ ਚਾਹੁੰਦੀ ਹੈ ਇਹਦਾ ਮਤਲਬ ਉਸ ਮੂਵਮੈਂਟ ਤੇ ਬਾਡੀ ਦੇ ਓਵਰ ਟਰਨ ਯਾਨੀ ਪਲਟਣ ਦੇ ਚਾਂਸਸ ਜ਼ਿਆਦਾ ਵਾ ਉਹ ਕਹਿੰਦਾ ਜੀ ਉਦੋਂ ਅਸੀਂ ਸੈਕੰਡ ਫੋਰਸ ਲਈਏ ਬਾਡੀ ਤੇ ਜਿਹੜੀ ਉਹਨੂੰ ਐਸਐਚ ਪਲਟਣਾ ਚਾਹ ਰਹੀ ਆ ਹਨਾ ਉਹ ਫੋਰਸ ਮੇਰੀ ਐਸਐਚ mv²r ਲੱਗੇਗੀ ਜਿਹੜੀ ਬਾਹਰਲੇ ਪਾਸੇ ਨੂੰ ਜਿਹੜੀ ਸੈਂਟਰੀਪੀਟਲ ਦੇ ਅਗੇਂਸਟ ਹੈਗੀ ਹੈ ਇਹਦਾ ਮਤਲਬ ਇਸ ਬਾਡੀ ਦੇ ਉੱਤੇ ਇਸ ਵਹੀਕਲ ਦੇ ਅਸੀਂ ਦੋ ਫੋਰਸਸ ਕੰਸੀਡਰ ਕੀਤੀਆਂ ਇੱਕ mv²r ਆਊਟਵਰਡ ਲੱਗਦੀ ਪਈ ਇੱਕ ਡਾਊਨਵਰਡ weight ਆ ਗਿਆ ਦੋ ਫੋਰਸਸ ਹੋ ਗਈਆਂ ठीक है ते दो ही मेरे को इत्थे ਅਸੀਂ डिस्टेंस लेते ਆ ਰੋਡ ਤੋਂ ਜਿੱਥੇ ਬਾਡੀ ਦਾ ਪੂਰਾ weight बैलेंस ਆ ਜਿਹਨੂੰ ਅਸੀਂ ਸੈਂਟਰ ਆਫ ਗ੍ਰੈਵਿਟੀ ਕਹਿੰਦੇ ਆ ਠੀਕ ਹੈ ਇਹਦਾ ਮਤਲਬ ਇੱਕ ਆ ਮੇਰਾ ਡਿਸਟੈਂਸ ਹੋ ਗਿਆ ਇੱਕ ਆ ਡਿਸਟੈਂਸ ਹੋ ਗਿਆ ਔਰ ਦੂਜੇ ਪਾਸੇ ਸੈਂਟਰ ਤੋਂ ਕਿਸੇ ਵੀ ਇੱਕ ਵੀਲ ਦਾ ਜਿਹੜਾ ਡਿਸਟੈਂਸ ਆ ਸੈਂਟਰ ਤੋਂ ਆ ਜਿਹੜਾ ਵੀਲ ਦਾ ਡਿਸਟੈਂਸ ਆ ਇਹ ਮੇਰਾ x ਉਹਨੇ ਡਿਫਾਈਨ ਕਰ ਲਿਆ ਤੇ ਬੇਟਾ ਹੁਣ ਦੋ ਫੋਰਸਸ ਆ ਤੇ ਦੋ ਪਰਪੈਂਡੀਕੂਲਰ ਡਿਸਟੈਂਸ ਆ टॉर्क ਦਾ ਜਨਰਲ ਫਾਰਮੂਲਾ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਉਹ ਮੈਂ ਇਹ ਕਿਹਾ ਕਿ ਵਹੀਕਲ ਨੇ ਓਵਰਟਰਨ ਕਰਨ ਤੋਂ ਰੋਕਣਾ ਤੇ ਇਹਦਾ ਮਤਲਬ ਉਹਦੇ ਟਾਰਕ ਆਪਸ ਵਿੱਚ ਬੈਲੈਂਸ ਹੋਣੇ ਚਾਹੀਦੇ ਉਹਦੇ ਲਈ ਅਸੀਂ ਟਾਰਕ ਕਿੱਥੋਂ ਬਣਾਇਆ ਜੇ ਫੋਰਸ ਮੈਂ mg ਨੂੰ ਮੰਨਾ mg ਵਾਲੀ ਲਾਈਨ ਦਾ ਪਰਪੈਂਡੀਕੂਲਰ ਡਿਸਟੈਂਸ ਆ mg y ਐਕਸਿਸ ਤੇ ਆ ਤੇ ਪਰਪੈਂਡੀਕੂਲਰ ਡਿਸਟੈਂਸ ਮੇਰਾ x ਬਣ ਜਾਏਗਾ ਯਾਨੀ mg x ਇੱਕ ਟਾਰਕ ਬਣਾਏਗਾ ਤੇ ਦੂਜੇ ਪਾਸੇ mv²r ਮੇਰੀ x ਐਕਸਿਸ ਤੇ ਫੋਰਸ ਆ ਤੇ ਇਹਦਾ ਪਰਪੈਂਡੀਕੂਲਰ ਡਿਸਟੈਂਸ ਇੰਨਾ ਵਾ ਜਿਹੜਾ ਕਿ ਮੇਰਾ h ਬਣਦਾ ਪਿਆ ਇਸ ਲਈ ਫਿਰ ਆ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਇਹਦਾ ਇੱਕ ਟਾਰਕ ਤੇ mg ਇਨਟੂ ਪਰਪੈਂਡੀਕੂਲਰ ਡਿਸਟੈਂਸ ਦਾ ਦੂਸਰਾ ਟਾਰਕ ਤੇ ਜੇ ਓਵਰਟਰਨਿੰਗ ਨਹੀਂ ਹੋ ਰਹੀ ਤੁਸੀਂ ਸੇਫਲੀ ਉੱਥੋਂ ਨਿਕਲਦੇ ਪਏ ਹੋ ਤੇ ਇਹ ਦੋਨੋਂ ਟਾਰਕ ਇੱਕ ਦੂਜੇ ਨਾਲ ਬੈਲੈਂਸ ਹੁੰਦੇ ਪਏ ਆ ਤੇ ਇਹਨੂੰ ਬੈਲੈਂਸ ਕਰਕੇ ਇਹਦੇ ਚੋਂ ਕਿਹਾ ਜੀ ਫਿਰ v ਦਾ ਫਾਰਮੂਲਾ ਕਰ ਦਿਓ ਤੇ ਆਪਣਾ ਇੱਥੋਂ v² ਆ ਜਾਣਾ ਆਪਣਾ ਇੱਥੋਂ v² ਆ ਜਾਣਾ rgx/h ਤੇ therefore ਆਪਣੇ ਕੋਲ v ਦੀ ਵੈਲਿਊ ਬਣ ਜਾਏਗੀ √rgx/h यानी आ मेरी मैक्सिमम सेफ लिमिट होएगी जिन्ना मैं उस था तो विदाउट ओवर टर्न कीते निकल सकता क्या ये गल क्लियर यस सर जिन्होंने लेट कीता सी क्या सारियां नु गल समझ लग गई यस सर
यस सर। एक ये सीगा जी, एक तो 6th न्यूमेरिकल क्या डाउट जेड़ा ठीक है वो भी इत्थे दसन लग्या एक बारी जेड़ा टॉपिक पुत एसएचआर करते पे वर्क एनर्जी, इस तो बाद ਆਪਾਂ ਪਹਿਲਾਂ वर्क एनर्जी ही कंटिन्यू करांगे ठीक है। 6 न्यूमेरिकल ਦੀ ਸਟੇਟਮੈਂਟ ਹੈ ਸੀ सिक्स्थ न्यूमेरिकल ਦੀ ਸਟੇਟਮੈਂਟ ਦੇ ਅੰਦਰ ਉਹਨੇ ਕਿਹਾ ਸੀ ਬਲੌਕ A of mass 4 kilogram is placed on another block of B of mass 5 kilogram and the block B rest on a smooth horizontal table। यानी मतलब जे फिगर वाइज चलिए, जे फिगर वाइज चलिए तो अपन ने आ किया वा कि भी अपने को एक ब्लॉक इत्थे पिया, इनु नाम B ब्लॉक दे दियो ठीक है, जेड़ा कि एक स्मूथ सरफेस दे उत्ते पिया वा और इस ब्लॉक के उत्ते उन्हें नाल कंडीशन की ब्लॉक A of mass 4 किलोग्राम is placed on block B, यानी ਇਹਦੇ ਉੱਪਰ ਇੱਕ ਬਲੌਕ ਹੋਰ ਅਸੀਂ ਰੱਖ ਲਿਆ, ब्लॉक A आ गया ठीक है। A ब्लॉक मेरा ਜਿਹੜਾ ਉਹਨੇ डिफाइन करता 4 kg ਆ, B ब्लॉक ਉਹਨੇ ਮੈਨੂੰ डिफाइन कर ਦਿੱਤਾ ਕਹਿੰਦਾ ਜੀ 5 किलोग्राम ठीक है। और ਉਸ ਤੋਂ ਬਾਅਦ ਉਹਨੇ ਆਪਣੇ डिफाइन ਨੇ ਕੀਤਾ क्वेश्चन ਦੇ अंदर पर स्लाइडिंग ब्लॉक A on block B, जे मैं A वाले ब्लॉक ਨੂੰ B ਦੇ ਉੱਤੇ मूव कराना ठीक है, आ मेरा हाथ मेरा B ब्लॉक हो गया, आ A हो गया ते आ थले फर्श आ या सरफेस आ जिहदे उत्ते रखिया होया, जे मैं इहनू इहदे उत्ते मूव कराना इहदे वास्ते उन्हें कंडीशन की गई आ पर स्लाइडिंग ब्लॉक A on B ठीक है जी in horizontal direction a horizontal force of 12 Newton is required to be applied on A, यानी इहनू मूव कराने वास्ते इहदे ते जिहड़ी फोर्स लाई आ ਜਿਹੜੀ A ਦੇ ਉੱਤੇ ਅਸੀਂ ਫੋਰਸ ਲਗਾਈ ਆ ਇਹਦੀ ਵੈਲਿਊ ਉਹ ਕਹਿੰਦਾ ਜੀ 12 ਨਿਊਟਨ ਠੀਕ ਹੈ। ਇਸ ਤੋਂ ਬਾਅਦ ਉਹਨੇ ਆਪਾਂ ਨੂੰ ਡਿਫਾਈਨ ਕੀਤਾ ਫਿਰ ਕੁਐਸਚਨ ਦੇ ਅੰਦਰ ਹਾਊ ਮੱਚ ਮੈਕਸ, ਅੱਛਾ ਇਹ ਸਟੇਟਮੈਂਟ ਇਨਕੰਪਲੀਟ ਸੀ ਨਾ, ਮੈਂ ਸਟੇਟਮੈਂਟ ਇਹਦੀ ਇੱਕ ਵਾਰੀ ਕੰਪਲੀਟ ਕਰਾਨਾ, ਨੋਟ ਕਰ ਲਓ ਬੇਟਾ ਸਟੇਟਮੈਂਟ ਪੂਰੀ ਨਹੀਂ ਹੈਗੀ। लिखियो यदि स्टेटमेंट पूरी नहीं हो, बोला जी यस सर। चलो how much maximum force can be applied on B, statement complete करियो, how much force can be applied on B, how much force can be applied on B so that both A and B, so that both A and B move together, so that both A and B move together। अगला एक और पार्ट है also find acceleration produced by this force, also find acceleration produced by this force। Sir, produced by this force, ਜਿਹੜੀ ਪਹਿਲੇ ਪਾर्ट ਚ फोर्स ਕੱਢਾਂਗੇ ਉਸ फोर्स ਦੇ ਨਾਲ ਸਿਸਟਮ ਦੀ ਐਕਸਲਰੇਸ਼ਨ ਕਿੰਨੀ ਆਏਗੀ ਉਹ ਵੀ ਕੈਲਕੂਲੇਟ ਕਰੋ। ਲਿਖ ਲੈ ਬੱਚੇ। यस सर। यस सर। इसी को जल्दी जल्दी ਇਹਦਾ ਹਿੰਟ ਦੇ ਦਿਆਂ ਠੀਕ ਹੈ ਜੀ। ਹੁਣ ਆਪਣੇ ਕੁਐਸਚਨ ਚ ਉਹਨੇ ਕਿਹਾ ਵਾ ਕਿ ਵੀ A ਬਲੌਕ ਜਿਹੜੀ ਸਰਫੇਸ ਤੇ ਹੈ ਇੱਥੇ ਫ੍ਰਿਕਸ਼ਨ ਇਨਵੋਲਵਡ ਆ ਤੇ ਤੁਸੀਂ ਇਹਦੇ ਅਕੋਰਡਿੰਗਲੀ ਉਹਨੇ ਕਿਹਾ ਕਿ ਵੀ ਆਹ ਵਾਲੇ ਬਲੌਕ ਦੇ ਉੱਤੇ ਅਸੀਂ ਫੋਰਸ ਐਸ ਸੱਚ FB ਕਿੰਨੀ ਅਪਲਾਈ ਕਰੀਏ ਕਿ ਵੀ ਇਹ ਪੂਰੇ ਦਾ ਪੂਰਾ ਸਿਸਟਮ ਇਕੱਠਾ ਮੂਵ ਕਰੇ। ਤੇ ਬੱਚੇ ਪਹਿਲਾਂ ਤੇ ਆਪਾਂ ਆਹ ਵਾਲੀ ਫੋਰਸ ਨਾਲ ਗੱਲ ਬਣਾਈਏ ਤੇ ਇਸ ਫੋਰਸ ਦੇ ਅਕੋਰਡਿੰਗਲੀ ਮੈਨੂੰ ਉਹਨੇ ਇੰਨਾ ਕਿਹਾ ਕਿ ਵੀ A ਬਲੌਕ B ਦੇ ਉੱਤੇ ਜਿੱਥੇ ਪਿਆ ਵਾ ਇੱਥੇ ਫ੍ਰਿਕਸ਼ਨ ਇਨਵੋਲਵਡ ਆ ਤੇ ਪੁੱਤ ਜੇ ਮੈਂ A ਬਲੌਕ ਨੂੰ ਹਨਾ ਯਾਨੀ ਜੇ ਮੈਂ ਆ ਇਹਨੂੰ ਮੰਨਾ ਆ A ਬਲੌਕ ਹੈ ਤੇ ਆ B ਦੀ ਸਰਫੇਸ ਆ, ਜੇ ਮੈਂ A ਬਲੌਕ ਨੂੰ ਇਹਦੇ ਉੱਤੇ ਮੂਵ ਕਰਾਣਾ ਜਿੰਨੀ ਇਧਰੋਂ ਫ੍ਰਿਕਸ਼ਨਲ ਫੋਰਸ ਲੱਗਦੀ ਹੋਏਗੀ ਘੱਟੋ ਘੱਟ ਓਨੀ ਫੋਰਸ ਮੇਰੀ ਅਪਲਾਈਡ ਹੋ। यस सर। ਇਹਦਾ ਮਤਲਬ ਆ ਥਾਂ ਤੇ ਫ੍ਰਿਕਸ਼ਨ ਇਨਵੋਲਵਡ ਹੈ, ਜਦੋਂ ਬਲੌਕ ਮੇਰਾ ਫਾਰਵਰਡ ਜਾਣਾ ਫ੍ਰਿਕਸ਼ਨਲ ਫੋਰਸ ਇਹਦੇ ਤੇ ਇਸ ਡਾਇਰੈਕਸ਼ਨ ਚ ਐਕਟ ਕਰੂਗੀ। यस ਇਹਦਾ ਮਤਲਬ ਆ ਜਿਹੜੀ ਮੇਰੀ ਅਪਲਾਈਡ ਫੋਰਸ ਆ ਜੇ ਇਸ ਵੇਲੇ ਆਪਾਂ ਕੋਈ ਐਕਸਲਰੇਟਿੰਗ ਕੰਡੀਸ਼ਨ ਨਹੀਂ ਲੈ ਰਹੇ ਤੇ ਆ ਤੁਹਾਡੀ ਅਪਲਾਈਡ ਫੋਰਸ ਇਸ ਫ੍ਰਿਕਸ਼ਨਲ ਫੋਰਸ ਦੇ ਇਕੁਅਲ ਹੋਏਗੀ। यस सर। ਇਹਦਾ ਮਤਲਬ क्वेश्चन ਦੇ ਅਕੋਰਡਿੰਗਲੀ ਕੀ ਹੋਏਗਾ ਕਿ ਵੀ ਜਿਹੜਾ FA ਹੈਗਾ ਇਹ ਇਸ ਫ੍ਰਿਕਸ਼ਨਲ ਫੋਰਸ ਦੇ ਇਕੁਅਲ ਕਰ ਦਿਓ ਤੇ ਜੇ ਮੈਂ ਫ੍ਰਿਕਸ਼ਨਲ ਫੋਰਸ ਦਾ ਫਾਰਮੂਲਾ ਲਿਖਾਂ ਤਾਂ ਫ੍ਰਿਕਸ਼ਨਲ ਫੋਰਸ ਹੁੰਦੀ μr
F इक्वल टू म्यू आर तो आ गई म्यू इनटू m1 इनटू जी ਜਿਹੜਾ ਆ ਬਲੌਕ A ਦਾ weight ਆ ਜਿਹੜਾ ਇਸ ਬਲੌਕ A ਦਾ weight ਆ ਉਹ ਇੱਥੇ S ਚ ਡਾਊਨਵਰਡ ਐਕਸ਼ਨ ਪਰਫਾਰਮ ਕਰੇਗਾ Yes, sir. m1 g ਦੇ ਬਰਾਬਰ ਡਾਊਨਵਰਡ ਫੋਰਸ ਲਗਾਈ Yes, sir. ਤੇ ਇਹਦੀ ਰਿਐਕਸ਼ਨਲ ਫੋਰਸ ਜਿਹੜੀ ਹੋਏਗੀ ਆ ਹਟਾ ਰਿਆ 4 ਔਰ 5 ਵਾਲੇ ਵਰਡ ਜਿਹੜੇ ਆਪਾਂ ਨੂੰ ਇਸ ਵੇਲੇ ਨਹੀਂ ਚਾਹੀਦੇ ਠੀਕ ਹੈ ਆ ਮੇਰੇ ਕੋਲ ਹੁਣ ਜਿਹੜੀ ਇਹਦੀ ਰਿਐਕਸ਼ਨਲ ਫੋਰਸ r1 ਆਏਗੀ ਜਿਹਨੂੰ ਮੈਂ r1 ਲਿਖ ਲਵਾਂ ਤੇ ਇਸ ਮੂਵਮੈਂਟ ਤੇ r1 ਜਿਹੜਾ m1g ਨਾਲ ਬੈਲੈਂਸ ਹੋਊ Yes, sir. ਹੁਣ ਇਹਦੇ Yes, sir. f ਫਿਰ ਆਪਣੇ ਕੋਲ ਸੇਮ ਆ 12 ਨਿਊਟਨ ਵਾਲੀ ਕੰਡੀਸ਼ਨ ਤੋਂ ਬਣ ਗਿਆ ਤੇ देयरफॉर 12 ਇਕੁਅਲ ਟੂ μ ਇਨਟੂ m1 ਆਪਣਾ 4 ਗਿਵਨ ਆ ਇਨਟੂ g ਦੀ ਵੈਲਿਊ ਆਪਣੇ ਕੋਲ 10 ਲੈ ਲਈਏ ਤੇ ਜੇ ਇਹਨੂੰ ਸੋਲਵ ਕਰ ਲਓ ਤੇ ਆਪਣੇ ਕੋਲ ਐਸਐਚ ਜਿਹੜਾ μ ਹੋਏਗਾ μ ਦੀ ਵੈਲਿਊ 3/10 ਯਾਨੀ 0.3 ਆ ਜੂ Yes, sir. Yes, sir. ਜਿਹੜੀ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਉਹ ਮਿਲ ਗਿਆ ਬੇਟਾ ਹੁਣ ਉਹਨੇ ਅਗਲੇ ਪਾਰਟ 'ਚ ਕਿਹਾ ਕਿ ਵੀ B ਬਲੌਕ ਤੇ ਮੈਂ ਕਿੰਨੀ ਫੋਰਸ ਲਾਵਾਂ ਕਿ ਵੀ ਪੂਰੇ ਦਾ ਪੂਰਾ ਸਿਸਟਮ ਜਿਹੜਾ ਉਹ ਕੰਬਾਈਨਡ ਮੂਵ ਕਰੇ ਤੇ ਬੱਚੇ ਜੇ ਐਸਐਚ ਸਿਸਟਮ ਨੇ ਕੰਬਾਈਨਡ ਮੂਵ ਕਰਨਾ ਤੇ ਜਿਹੜੀ ਫੋਰਸ ਇੱਥੇ ਰਿਕੁਆਇਰਡ ਆ ਉਹ ਆ ਜਿਹੜੀ ਫ੍ਰਿਕਸ਼ਨਲ ਫੋਰਸ ਹੋਏਗੀ ਜਿਹੜੀ ਅਗੇਂਸਟ ਆ ਰਹੀ ਆ ਹਨਾ ਆ ਵਾਲੀ ਫ੍ਰਿਕਸ਼ਨਲ ਫੋਰਸ ਔਰ ਜੇ ਸਿਸਟਮ ਸਾਰਾ ਮੇਰਾ ਫਾਰਵਰਡ ਜਾਏਗਾ ਤੇ ਇਹਦੀ ਜਿਹੜੀ ਫ੍ਰਿਕਸ਼ਨਲ ਫੋਰਸ ਆਏਗੀ ਉਹ ਵੀ ਬੈਕਵਰਡ ਆਊ ਆ ਚੀਜ਼ ਸਮਝਿਓ ਜੋ ਮੈਂ ਬੋਲ ਰਿਹਾ ਮੈਂ ਫਿਰ ਰਿਪੀਟ ਕਰ ਰਿਹਾ ਜੇ ਮੈਂ ਇਸ ਬਲੌਕ ਦੇ ਉੱਤੇ ਫੋਰਸ ਲਗਾਣੀ ਔਰ ਲਗਾਣੀ ਇਸ ਵੇ ਨਾ ਆ ਪੂਰਾ ਸਿਸਟਮ ਇਕੱਠਾ ਮੂਵ ਕਰੇ ਇਹਦਾ ਮਤਲਬ ਇਹ ਹੋ ਗਿਆ ਆ ਬਲੌਕ A B ਦੇ ਉੱਤੇ ਸਲਾਈਡ ਨਾ ਕਰੇ ਬਲੌਕ A ਅੱਗੇ ਨੂੰ ਨਾ ਜਾਵੇ ਠੀਕ ਹੈ ਬਲੌਕ A ਤੇ ਬਲੌਕ B ਇਕੱਠੇ ਮੂਵ ਕਰਨ ਉਹਦੇ ਵਾਸਤੇ ਫਿਰ ਜਿਹੜੀ ਐਸਐਚ ਇਸ ਮੂਵਮੈਂਟ ਦੇ A ਬਲੌਕ ਨੂੰ ਮੈਂ ਮੂਵ ਕਰਨ ਤੋਂ ਰੋਕਣਾ ਇਸ ਲਈ ਫਿਰ ਉਦੋਂ ਜਿਹੜੀ ਆ ਫ੍ਰਿਕਸ਼ਨਲ ਫੋਰਸ ਹੋਏਗੀ ਜਿਹੜੀ ਐਸਐਚ ਮੇਰੇ ਕੋਲ A ਬਲੌਕ ਦੇ ਉੱਤੇ ਐਕਟ ਕਰਦੀ ਪਈ ਬਾਈ ਦਾ ਕਹਿੰਦਾ ਜੀ B ਸਰਫੇਸ ਔਰ ਇਦਾਂ ਹੀ ਜਿਹੜੀ B ਸਰਫੇਸ ਦੇ ਉੱਤੇ ਫ੍ਰਿਕਸ਼ਨਲ ਫੋਰਸ A ਨੇ ਲਗਾਣ ਕਿਉਂਕਿ ਪੁੱਤ ਜਦੋਂ ਇਕੱਠਿਆਂ ਨੂੰ ਤੋੜਨਾ ਵਾ ਜਦੋਂ ਮੈਂ ਐਸਐਚ ਆ ਸਾਰਾ ਦਾ ਸਾਰਾ ਸਿਸਟਮ ਜਿਹੜਾ ਵਾ ਇਹਦੇ ਉੱਤੇ ਮੈਂ ਆ ਇਕੱਠਾ ਤੋੜਨਾ ਵਾ ਤੇ ਇਹਦਾ ਮਤਲਬ ਆ ਥਾਂ ਤੇ ਜਿਹੜੀਆਂ ਫ੍ਰਿਕਸ਼ਨਲ ਫੋਰਸਿਸ ਨੇ ਹਨਾ ਦੇ ਮਸਟ ਬੀ ਬੈਲੈਂਸਡ ਬਾਈ ਦਿਸ ਅਪਲਾਈਡ ਫੋਰਸ ਇਹਦਾ ਮਤਲਬ ਮੇਰਾ FB ਜਿਹੜਾ ਹੋਏਗਾ ਆ ਗੱਲ ਸਮਝਦੇ ਆ ਨਾ ਜਿਹੜਾ ਮੇਰਾ FB ਹੋਏਗਾ ਇਸ FB ਦੀ ਵੈਲਿਊ ਜਿਹੜੀ ਇੱਥੇ ਫ੍ਰਿਕਸ਼ਨਲ ਫੋਰਸਿਸ ਦੋ ਸਰਫੇਸ ਦੇ ਇਨ ਬਿਟਵੀਨ ਆ ਘੱਟੋ ਘੱਟ ਉਹਦੇ ਬਰਾਬਰ ਹੋ ਓਏ ਨਿਆਣਿਓ ਗੱਲ ਸਮਝ ਲੱਗਦੀ ਵੀ ਜੋ ਬੋਲ ਰਿਹਾ ਬੇਟਾ Sir, repeat कर दो. No, sir. ਆਪਾਂ ਇਹ ਕਿਹਾ ਬੱਚੇ ਕਿ ਜਦੋਂ ਤੁਸੀਂ ਐਸਐਚ ਪੂਰੇ ਦਾ ਪੂਰਾ ਔਨ ਦਾ ਹੋਲ ਉਹ ਕਹਿੰਦਾ ਪੂਰਾ ਸਿਸਟਮ ਮੂਵ ਕਰਾਣਾ ਨਾ ਤੁਸੀਂ ਕਹਿੰਦੇ ਉਸ ਮੂਵਮੈਂਟ ਤੇ ਜਿਹੜੀ ਇੱਥੇ ਫ੍ਰਿਕਸ਼ਨਲ ਫੋਰਸ ਕਿਉਂਕਿ ਅਸੀਂ ਬਲੌਕ A ਨੂੰ ਬਲੌਕ B ਦੇ ਉੱਤੇ ਹਿੱਲਣ ਨਹੀਂ ਦੇਣਾ ਇਹਦਾ ਮਤਲਬ ਜੇ ਮੈਂ ਐਸਐਚ ਆ ਬਲੌਕ A B ਦੇ ਉੱਤੇ ਸਲਾਈਡ ਕਰ ਗਿਆ A ਦੇ ਉੱਤੇ ਮੂਵ ਕਰ ਗਿਆ ਤੇ ਇਹਦੀ ਇੰਡੀਵਿਜੂਅਲ ਮੋਸ਼ਨ ਆ ਗਈ ਅਸੀਂ ਕਹਿ ਰਹੇ ਕਿ ਵੀ ਆ ਬਲੌਕ B ਬਲੌਕ A ਦੇ ਉੱਤੇ ਜਦੋਂ ਪਿਆ ਵਾ ਠੀਕ ਹੈ A ਬਲੌਕ B ਦੇ ਉੱਤੇ ਜਦੋਂ ਪਿਆ ਇਹ ਸਾਰਾ ਸਿਸਟਮ ਕੰਬਾਈਨਡ ਮੂਵ ਕਰੇ ਉਹਦੇ ਵਾਸਤੇ ਸਿੰਪਲ ਕੰਡੀਸ਼ਨ ਇਹ ਹੈਗੀ ਆ ਕਿ ਵੀ ਜਿਹੜੀ ਤੁਹਾਡੀ ਅਪਲਾਈਡ ਫੋਰਸ ਹੋਵੇ ਜਿਹੜੀ ਆ ਥਾਂ ਦੇ ਉੱਤੇ ਇਹਨਾਂ ਬਲੌਕ ਦੀ ਇੰਟਰ ਮੂਵਮੈਂਟ ਨੂੰ ਰੋਕੇਗੀ ਹਨਾ ਆਪਸ ਦੇ ਵਿੱਚ ਜਿਹੜੀ ਇਹਨਾਂ ਦੇ ਉੱਤੇ ਇੱਕ ਦੂਜੇ ਦੀ ਮੂਵਮੈਂਟ ਆਣੀ ਆ ਇਹਨੂੰ ਅਪੋਜ਼ ਕਰਨ ਵਾਲੀ ਜਿਹੜੀ ਫ੍ਰਿਕਸ਼ਨਲ ਫੋਰਸ ਹੋਏਗੀ ਘੱਟੋ ਘੱਟ ਉਸ ਫ੍ਰਿਕਸ਼ਨਲ ਫੋਰਸ ਦੇ ਬਰਾਬਰ ਮੇਰੀ ਅਪਲਾਈਡ ਫੋਰਸ ਆਊ सर उनका Yes, sir. मास भी तो कंसीडर्ड होगा ਬਿਲਕੁਲ ਹੋਏਗਾ ਕਿਉਂ ਨਹੀਂ ਹੋਏਗਾ ਬਿਲਕੁਲ ਹੋਏਗਾ ਇਹਦਾ ਜਿਹੜਾ ਡਾਊਨ ਇਹ ਆ ਜਿਹੜਾ ਸੈਕਿੰਡ ਬਲੌਕ ਆ ਇਹਦਾ weight ਡਾਊਨਵਰਡ ਆ ਠੀਕ ਹੈ ਇਹਦਾ weight ਡਾਊਨਵਰਡ ਆ ਇਹਦੀ ਰਿਐਕਸ਼ਨਲ ਫੋਰਸ ਇਸ ਥਾਂ ਤੇ ਜਨਰੇਟ ਹੋਣੀ ਆ ਇਹਦਾ ਮਤਲਬ ਫਿਰ ਇਸ ਇਨਸਟੈਂਟ ਤੇ ਆ ਜਿਹੜਾ ਮੇਰਾ FB ਹੋਏਗਾ ਇਹ ਟੋਟਲ ਜਿਹੜੀ ਫ੍ਰਿਕਸ਼ਨਲ ਫੋਰਸ ਬਣੀ ਉੱਪਰ ਵਾਲੀ ਨੂੰ ਆਪਾਂ F1 ਕਹਿ ਦਿੰਦੇ ਔਰ ਇਹ ਫ੍ਰਿਕਸ਼ਨਲ ਫੋਰਸ ਦੋ ਸਰਫੇਸਿਸ ਦੇ ਵਿਚਲੀ ਆ ਕਿਹੜੀਆਂ ਦੋ ਕੰਡੀਸ਼ਨ ਆ ਐਸਐਚ ਜਿਹੜੀ A ਬਲੌਕ ਨੂੰ ਮੂਵ ਕਰਨ ਤੋਂ ਰੋਕੇ ਇੱਕ ਔਰ ਦੂਜੀ ਜਦੋਂ ਔਨ ਦਾ ਹੋਲ ਪੂਰਾ ਸਿਸਟਮ ਮੂਵ ਕਰਨਾ ਵਾ ਤੇ ਜਿਹੜੀ ਉਦੋਂ 에ਅਰ ਦੀ ਫ੍ਰਿਕਸ਼ਨਲ ਫੋਰਸ ਆ ਹਨਾ ਜਿਹੜੀ ਇਸ ਸਰਫੇਸ ਦੇ ਇਨ ਬਿਟਵੀਨ ਲਵਾਂਗਾ ਇਹ ਮਤਲਬ ਉਹਦੇ ਅਗੇਂਸਟ ਇਹਦਾ ਮਤਲਬ ਮੇਰੀ ਅਪਲਾਈਡ ਫੋਰਸ ਅਬ ਤੇ ਕੰਡੀਸ਼ਨ ਐਕਚੁਅਲੀ ਤੁਹਾਡੇ ਸਮਝਣ ਵਾਲੀ ਹੈ ਮੇਨ ਕਿ ਜਿਹੜੀ ਸੈਕੰਡ ਕੇਸ ਚ ਤੁਹਾਡੀ ਅਪਲਾਈਡ ਫੋਰਸ ਹੈ ਨਾ ਇਹ ਜਿਹੜੀ ਦੋਨਾਂ ਸਰਫੇਸਿਸ ਦੇ ਇਨ ਬਿਟਵੀਨ ਫ੍ਰਿਕਸ਼ਨਲ ਫੋਰਸਿਸ ਆ ਘੱਟੋ ਘੱਟ ਉਹਦੇ ਬਰਾਬਰ ਮੇਰੀ ਅਪਲਾਈਡ ਫੋਰਸ ਜ਼ਰੂਰ ਲੱਗੇ ਤਾਂ ਮੇਰਾ ਬਲੌਕ ਔਨ ਦਾ ਹੋਲ ਪੂਰਾ ਮੂਵ ਕਰੇਗਾ
जो बोलदा पिया ओदा मतलब लिखा तेनों पहले एक बार समझियो फिर मैं गल दोबारा रिपीट करना कि आ अप्लाइड फोर्स ठीक है जी टोटल फ्रिक्शनल फोर्स दे इक्वल होवे केड़ी टोटल करनी म्यू टाइम्स दा आर ठीक है आर हम किनु कहना पिया जेडी टोटल रिएक्शन बननी हुण जेडी टोटल रिएक्शन अपवर्ड डायरेक्शन जानी एक मेरे को सेकंड ब्लॉक दी रिएक्शन इत्थे R2 आनी है एक मेरे को एसएच इस पॉइंट दे उत्ते फर्स्ट ब्लॉक दी रिएक्शन R1 ਇਹਦਾ ਮਤਲਬ ਜਿਹੜਾ ਆ R ਹੋਏਗਾ ਇਹਦੀ ਥਾਂ ਤੇ ਲਿਖਾਂ ਤੇ ਇਹ R1 R2 ਹੋਏਗਾ ਯਾਨੀ ਜਿਹੜੀ ਟੋਟਲ ਰਿਐਕਸ਼ਨ ਆ ਉਹ ਦੋਨਾਂ ਸਰਫੇਸ ਨੇ ਮਿਲਾ ਕੇ ਦਿੱਤੀ ਤੇ ਫਿਰ ਇੱਥੇ ਜੇ ਇਹਦੀ ਵੈਲਿਊ ਪੁੱਟ ਕਰੀਏ ਤੇ ਇਹਦੇ ਨਾਲ FB ਦੀ ਵੈਲਿਊ μ ਟਾਈਮਸ m1g m2g यानी ਜਿਹੜੀ ਮੇਰੀ ਟੋਟਲ ਰਿਐਕਸ਼ਨਲ ਫੋਰਸ ਹੋਏਗੀ SH ਅਪਲਾਈਡ ਫੋਰਸ ਉਹ μ ਟਾਈਮਸ ਦਾ m1 m2 g ਦੇ ਬਰਾਬਰ ਹੋਏਗੀ ਆ ਮੇਰੇ ਕੋਲ SH ਜੇ ਮੈਂ ਸੋਲਵ ਕਰਨਾ ਕਿ ਵੀ ਮੈਨੂੰ ਕਿੰਨੀ ਫੋਰਸ FB ਚਾਹੀਦੀ ਆ ਉਹਦੇ ਲਈ μ ਚਾਹੀਦਾ ਉਹ ਪਹਿਲੇ ਪਾਰਟ ਚੋਂ ਕੈਲਕੂਲੇਟ ਹੋ ਚੁੱਕਾ ਹੋਏਗਾ m1 m2 ਦੋਨਾਂ ਬਲੌਕ ਦੇ ਮਾਸਸ ਨੋਨ ਆ g ਦੀ ਵੈਲਿਊ ਮੇਰੇ ਕੋਲ ਪਤਾ ਵਾ ਤੇ ਆ ਮੇਰੀ ਟੋਟਲ ਫੋਰਸ ਮੈਨੂੰ B ਸਰਫੇਸ ਤੇ ਚਾਹੀਦੀ ਹੈ ਇਹਦੇ ਲਈ ਆਪਾਂ ਮੈਂ ਫੇਰ ਲਾਈਨ ਰਿਪੀਟ ਕਰ ਰਿਹਾ ਇਹਦੇ ਲਈ ਅਸੀਂ ਕੰਡੀਸ਼ਨ ਇਹ ਬੋਲੀ ਆ ਇਹਦੇ ਲਈ ਆਪਾਂ ਕੰਡੀਸ਼ਨ ਇਹ ਬੋਲੀ ਆ कि भी जेडी अप्लाइड फोर्स ऑन बी लगावांगा क्योंकि इथे दा सरफेस स्मूथ आ है ना आ सरफेस होने क्वेश्चन क्या स्मूथ आ ते स्मूथ सरफेस ते फिर इहदे नाल फ्रिक्शनल फोर्स कोई नहीं हैगी इहदे नाल इथे दा फ्रिक्शन दा कोई कांसेप्ट नहीं पर जेडियां आ दो सरफेसेस मेरियां इंटरलॉक च पईयां वा ਇਹਦਾ ਮਤਲਬ ਇਹ ਦੋਨੋਂ ਇੱਕ ਦੂਜੇ ਦੇ ਰਿਲੇਟਿਵ ਮੋਸ਼ਨ ਨੂੰ ਅਪੋਜ਼ ਕਰਨਗੀਆਂ ਤਾਂ ਮੇਰੇ ਕੋਲ ਇਕੱਠੀਆਂ ਮੂਵ ਕਰ ਪਾਣਗੀਆਂ ਆ ਗੱਲ ਸਮਝ ਜੋ ਕਹਿ ਰਿਹਾ Yes, sir. एक बारी लास्ट टाइम फिर दोबारा दसदा पिया जे आ मेरे दो ब्लॉक्स ने आ मैं मोबाइल ते आ दो ब्लॉक्स ले ला ब्लॉक बी ते ब्लॉक ए जे मैं इनु अपने आ थल्ले जड़ी आ इथे कोई फ्रिक्शन नहीं हैगी पर इथे फ्रिक्शन आ ते जे इथे दोना सरफेस दे इन बिटवीन फ्रिक्शन आ एने इनु ते एने इनु यानी दोना ने एक दूजे दी मोशन अपोज करनगियां तदे ऑन द होल कंबाइन मूव कर पाणगियां Yes, sir. Yes, sir. ਇਹਦਾ ਮਤਲਬ ਹੈ ਜਿਹੜੀ ਟੋਟਲ ਫ੍ਰਿਕਸ਼ਨਲ ਫੋਰਸ ਆ A ਨੇ B ਤੇ ਲਗਾਈ ਠੀਕ ਹੈ ਜਾਂ B ਨੇ A ਤੇ ਲਗਾਈ ਇਹਦੇ ਨਾਲ ਜਿੰਨੀ ਇਹ ਦੋਨਾਂ ਦੀ ਮਿਲਾ ਕੇ ਟੋਟਲ ਫ੍ਰਿਕਸ਼ਨਲ ਫੋਰਸ ਹੋਏਗੀ ਘੱਟੋ ਘੱਟ ਓਨੀ ਫੋਰਸ ਮੈਂ ਇਸ ਬਲੌਕ B ਦੇ ਉੱਤੇ ਅਪਲਾਈ ਕਰੂੰਗਾ Yes, sir. Yes, sir. ਆ ਗੱਲ ਸਮਝ ਲੱਗਦੀ ਪਈ ਇਸ ਕੁਐਸਚਨ 'ਚ ਸਿਰਫ ਆ ਇੱਕ ਲਾਈਨ ਸਮਝਣ ਵਾਲੀ ਹੋਰ ਕੁਝ ਨਹੀਂ ਹੈਗਾ ਬੇਟਾ कि जिन्नी इन्हां दोनों ने मिला के एक दूजे ते फ्रिक्शनल फोर्स लगानी आ ओदे घट्टो घट बराबर जे तुसी फॉरवर्ड डायरेक्शन च फोर्स लगाओगे ओनली देन दिस सिस्टम होल ऑफ द सिस्टम विल मूव ओदे वास्ते फिर ਅਸੀਂ कंडीशन की कहने पे कि भी जेडी ਤੁਹਾਡੀ अप्लाइड फोर्स सेकंड केस च बननी आ ਜਿਹਨੂੰ FB ਲਿਖਦੇ ਪਏ ਜਿਹਨੂੰ FB ਲਿਖਦਾ ਪਿਆ ਇਹਦੀ ਵੈਲਿਊ ਘੱਟੋ ਘੱਟ ਜਿਹੜੀ ਟੋਟਲ ਫ੍ਰਿਕਸ਼ਨਲ ਫੋਰਸ ਹੋਏਗੀ ਉਹਦੇ ਬਰਾਬਰ ਉਹ ਕਹਿੰਦਾ ਫਿਰ ਫ੍ਰਿਕਸ਼ਨਲ ਫੋਰਸ ਜਨਰੇਟ ਕਿੱਥੇ ਹੋਣੀ ਆ ਤੇ ਉਹਦੇ ਲਈ ਅਸੀਂ ਇਹ ਕਹਿ ਰਹੇ ਜਿਹੜੀ ਫ੍ਰਿਕਸ਼ਨਲ ਫੋਰਸ A ਨੇ B ਦੀ ਮੋਸ਼ਨ ਦੇ ਅਗੇਂਸਟ ਇੱਥੇ ਲਗਾਣੀ ਤੇ ਜਿਹੜੀ B ਨੇ A ਤੇ ਲਗਾਈ ਉਹ ਮਿਲਾ ਕੇ ਜਿੰਨੀ ਟੋਟਲ ਫ੍ਰਿਕਸ਼ਨਲ ਫੋਰਸ ਆ ਉਹਦੇ ਬਰਾਬਰ ਦੀ ਫੋਰਸ ਜਿਹੜੀ ਆ ਜੇ ਮੈਂ ਇੱਥੇ B ਦੇ ਉੱਤੇ ਅਪਲਾਈ ਕਰਾਂ ਫਿਰ ਮੇਰਾ ਸਿਸਟਮ ਔਨ ਦਾ ਹੋਲ ਇਕੱਠਾ ਮੂਵ ਕਰ ਸਕਦਾ ਕੀ ਆ ਗੱਲ ਸਮਝ ਆਈ Yes, sir. Yes, sir. Yes, sir. ਹੁਣ ਇਸ ਨੂੰ ਖਤਮ ਕਰਿਆ ਇਹਦਾ ਇੱਕ ਪਾਰਟ ਤੋਂ ਨੇ ਇਹ ਪੁੱਛਿਆ ਸੈਕਿੰਡ ਪਾਰਟ ਤੋਂ ਨੇ ਪੁੱਛਿਆ ਕਿ ਵੀ ਇਹਦੀ ਸਿਸਟਮ ਦੀ ਐਕਸਲਰੇਸ਼ਨ ਦੇਖੋ ਕਿ ਜੇ ਆਪਾਂ ਐਕਸਲਰੇਸ਼ਨ ਕੱਢਣੀ ਆ ਤੇ ਵੀ ਨੋ ਦੈਟ ਕਹਿੰਦਾ ਜੀ ਐਕਸਲਰੇਸ਼ਨ ਦਾ ਫਾਰਮੂਲਾ ਕੀ ਲਗਾ ਰਿਹਾ ਟੋਟਲ ਫੋਰਸ ਬਾਈ ਟੋਟਲ ਮਾਸ ਠੀਕ ਹੈ ਜਦੋਂ ਤੁਸੀਂ SH FB ਫੋਰਸ ਲਗਾਈ ਆ ਜਦੋਂ ਤੁਸੀਂ FB ਫੋਰਸ ਲਗਾਈ ਆ ਇਹਨੇ ਤੁਹਾਡਾ ਪੂਰਾ ਸਿਸਟਮ ਮੂਵ ਕਰਾਇਆ ਵਾ ਤੇ ਫਿਰ ਜਦੋਂ ਪੂਰਾ ਸਿਸਟਮ ਮੂਵ ਕੀਤਾ ਇਹਦੀ ਐਕਸਲਰੇਸ਼ਨ ਫਾਈਂਡ ਆਊਟ ਕਰਨੀ ਹੋਵੇ ਤੇ A ਦੀ ਵੈਲਿਊ ਜਿਹੜੀ ਟੋਟਲ ਫੋਰਸ ਅਪਲਾਈ ਕੀਤੀ ਓਵਰ ਟੋਟਲ ਮਾਸ ਜਿਹੜੀ m1 m2 ਠੀਕ ਹੈ ਤੇ FB ਦੀ ਥਾਂ ਤੇ ਵੈਲਿਊ ਪੁੱਟ ਅਪ ਕਰ ਲਓ ਤੇ ਆਪਣੇ ਕੋਲ SH ਐਕਸਲਰੇਸ਼ਨ ਦੀ ਵੈਲਿਊ ਆ ਜਾਏਗੀ ਯਾਨੀ A ਦੀ ਵੈਲਿਊ ਕੀ ਬਣ ਗਈ ਜੀ FB ਦੀ ਜਦੋਂ ਸਾਰੀ ਵੈਲਿਊ ਪੁੱਟ ਅਪ ਕਰੂੰਗਾ ਤੇ m1 m2 h ਵੀ ਹੈ ਤੇ h ਵੀ ਹੈ ਕੈਨਸਲ ਹੋ ਜਾਣਾ ਇਹ ਮਤਲਬ ਆਪਣੀ ਐਕਸਲਰੇਸ਼ਨ ਸਿੰਪਲੀ ਰਹਿ ਜਾਏਗੀ μ g ਤੇ μ ਮੇਰਾ ਪਹਿਲੇ ਪਾਰਟ ਚ ਕੈਲਕੂਲੇਟਡ ਹੈ g ਮੈਨੂੰ ਨੋਨ ਆ ਤੇ v ਕਿੰਨਾ ਵੈਲਿਊ ਫॉर ਦਾ ਕਹਿੰਦਾ ਜੀ ਐਕਸਲਰੇਸ਼ਨ ਹੋ ਜੂ Yes, sir. Yes, sir. Yes, sir. ਇੰਨਾ ਕਲੀਅਰ ਆ Yes, sir. Yes, sir. Yes, sir.
ਹੋਰ ਕਿਸੇ ਦਾ ਹੁਣ ਜਿਹੜਾ 3 ਨੂਮੈਰੀਕਲ ਸੀਗੇ, ਸਿਰਫ 6th ਮੈਨੂੰ ਪਤਾ ਸੀਗਾ ਕਿ ਆਣਾ ਹੀ ਆਣਾ ਵਾਪਸ। 8th और 9th जिन्होंने ने ट्राई किए, क्या हो गया कि उन्होंने कोई डाउट है ਉਹਦੇ ਵਿੱਚ? सर 9th का सेकंड पार्ट बता दो। 9th ਦਾ ਸੈਕਿੰਡ ਪਾਰਟ। ओके चलो फिर तो सारा ही होया, 9th सारा ही करा। चलो मैं आ इरेज ही कर रहा, बाद चो कंटिन्यू करते हैं फिर आप अपना। हाँ जी, 9th ਦੇ ਅੰਦਰ ਬੇਟਾ ਉਹਨੇ ਆਪਾਂ ਨੂੰ ਇਹ ਕਿਹਾ ਸੀਗਾ a mass of 200 kilogram is placed on an rough inclined plane, angle of inclination 30 given, a coefficient of limiting friction is 1/√3। यानी जे फिगर वाइज चलिए तो अपने को फिगर गिवन होगी कि इथे एंगल ऑफ इंक्लिनेशन 30 डिग्री है और जेड़ा ब्लॉक ਤੁਹਾਡੇ ਕੋਲ ਹੈਗਾ 200 किलोग्राम ਦਾ इंक्लाइंड प्लेन ਤੇ ਪਿਆ ਵਾ, ठीक है। इतने डिफरेंट फोर्सेस लइए तो नंबर 1 ਇਹਦਾ weight आ जाएगा, रिएक्शनल फोर्स R आ जाएगी, इस साइड ਨੂੰ ਮੇਰੇ ਕੋਲ mg sin 30 आ जाएगा, डाउनवर्ड ਮੇਰੇ ਕੋਲ इस साइड ਨੂੰ ਜਿਹੜਾ sh mg cos 30 आ जाएगा। इना क्लियर है पहलो? यस सर। उन्हें क्वेश्चन ਦੇ ਅੰਦਰ ਆਪਾਂ ਨੂੰ ਕਿਹਾ ਸੀਗਾ फाइंड द लीस्ट फोर्स। मैं पहला पार्ट भी कदों दसन लगिया, फाइंड द लीस्ट फोर्स एक्टिंग पैरेलल टू द प्लेन, ठीक है। आ ਤਾਂ वर्टिकल फोर्सेस आपस ਵਿੱਚ बैलेंस ਆ, ਜਿਹੜੀ ਆ ਇਨਕਲਾइंड फोर्स ਆ ਉਹਨੇ ਇੱਥੇ ਗੱਲ ਕੀਤੀ ਆ कि फाइंड द लीस्ट फोर्स, मिनिमम फोर्स ਕਿੰਨੀ ਚਾਹੀਦੀ ਆ, ठीक है, पैरेलल टू द प्लेन टू कीप द मास फ्रॉम स्लाइडिंग डाउन, ठीक है। जे इन्हें डाउन स्लाइड करना वा, जे इन्हें थल्ले ਨੂੰ ਜਾਣਾ ਵਾ ਤੇ फ्रिक्शनल फोर्स मेरी ऊपर लगदी हो। यस सर। और जे बेटा यस सर। ये कहने पे कि ਤੁਸੀਂ ਲੀਸਟ ਫੋਰਸ ਇਹਦੀ ਕੈਲਕੂਲੇਟ ਕਰੋ, ठीक है। तो लीस्ट फोर्स ਜਿਹੜੀ ਹੋਏਗੀ ਉਹ mg sin ਤੇ f ਦੇ ਡਿਫਰੈਂਸ ਤੋਂ ਜਨਰੇਟ ਹੋਏਗੀ। यस सर। ਇਹ ਮੈਂ ਜਿਹੜੀ ਮੈਨੂੰ ਲੀਸਟ ਫੋਰਸ ਇਸ ਕੇਸ ਚ ਚਾਹੀਦੀ ਆ ਉਹ ਲੀਸਟ ਫੋਰਸ ਇਹਨਾਂ ਦੋ ਦੇ ਡਿਫਰੈਂਸ ਤੋਂ ਆ ਜੂ। ਇਹਦਾ ਲੀਸਟ ਫੋਰਸ ਰਿਕੁਆਇਰਡ ਜੇ ਆਪਾਂ ਪਹਿਲਾ ਪਾਰਟ ਲਈਏ ਤੇ ਉਹ ਚ ਲੀਸਟ ਫੋਰਸ ਰਿਕੁਆਇਰਡ ਕੱਢਣੀ ਆ ਤੇ ਲੀਸਟ ਫੋਰਸ ਰਿਕੁਆਇਰਡ ਮੇਰੀ mg sin 30 ਮਾਈਨਸ f ਤੋਂ ਨਿਕਲ ਆਊਗੀ। डिफरेंस कटांगे तो मिनिमम वैल्यू, ऐड करूंगा तो मैक्सिमम वैल्यू। हुन आ सर हां जी बच्चे सर एक्सेलरेशन भी निकाल सकते हैं, उससे फिर F = ma से हो जाएगा। ठीक है ना, एक्सेलरेशन निकाल के F = ma ना कर दो तो भी यही चीज बननी है, वो तो कर ला बेटा, वो भी सही हो, कोई गलती नहीं है। यस सर। वीडियो क्लियर है? शिवम क्लियर है? फोन क्लियर है? चलो mg sin माइनस f आ जाएगा और f फोर्स ऑफ फ्रिक्शन की थां ते ਆਪਾਂ ਜੇ ਲਿਖਣਾ ਹੋਵੇ ਤੇ v कैन राइट mg sin 30 माइनस म्यू r और r ਦੀ ਥਾਂ ਤੇ ਫਿਰ ਮੇਰੇ ਕੋਲ ਆ ਜਾਏਗਾ mg cos 30 यानी mg into sin 30 माइनस म्यू into cos 30, ठीक है। आ थोड़ी नेट फोर्स ਜਿਹੜੀ ਆ ਉਹ ਆ ਜਾਏਗੀ, ਜਿਹਨੂੰ ਆਪਾਂ ਕਹਿੰਦੇ ਪਏ ਇਹ ਉਹਦੀ ਲੀਸਟ ਫੋਰਸ ਆ ਜਾਏਗੀ ਕਿ ਵੀ ਮੇਰੇ ਕੋਲ ਅਪਲਾਈ ਕਿੰਨੀ ਕਰਨੀ। ਪਹਿਲਾ ਪਾਰਟ। ਸੈਕਿੰਡ ਪਾਰਟ ਚੋਂ ਇਸ ਨੂਮੈਰੀਕਲ ਦੇ ਕਿਹਾ ਸੀ ਬੇਟਾ ਫਾਈਂਡ ਦਾ ਕਹਿੰਦਾ ਜੀ ਲੀਸਟ ਫੋਰਸ ਇਨ ਨਿਊਟਨ, ਠੀਕ ਹੈ, ਟੂ ਕੀਪ ਦਾ ਟੂ ਮੂਵ ਦਾ ਮਾਸ ਅਪ ਦਾ ਪਲੇਨ। ਹੁਣ ਦੂਜੇ ਦੀ ਤੁਸੀਂ ਬਾਡੀ ਅਪ ਲੈ ਕੇ ਜਾਣੀ ਆ ਤੇ ਜਿਵੇਂ ਆਹੀ ਬਾਡੀ ਉੱਪਰ ਨੂੰ ਲੈ ਕੇ ਜਾਣੀ ਹੋਈ, ਠੀਕ ਹੈ, ਤੇ ਫ੍ਰਿਕਸ਼ਨਲ ਫੋਰਸ ਮੇਰੀ ਥੱਲੇ ਆ ਜਾਊ ਤੇ ਜੇ ਫ੍ਰਿਕਸ਼ਨਲ ਫੋਰਸ ਮੇਰੀ ਇਸੇ ਡਾਇਰੈਕਸ਼ਨ ਚ ਆ ਗਈ ਤੇ ਮੈਨੂੰ ਉੱਪਰ ਨੂੰ ਜਿਹੜੀ ਫੋਰਸ ਲਾਣੀ ਪਏਗੀ ਘੱਟੋ ਘੱਟ, ਠੀਕ ਹੈ, mg sin plus f ਦੇ ਬਰਾਬਰ ਆ ਜਾਊ। यस सर। यस सर। बस यस सर। पहला पार्ट आ बनया बच्चे। सेकंड पार्ट में क्या सीखा कि लीस्ट फोर्स टू मूव द बॉडी अप द प्लेन, ठीक है, ਤੁਸੀਂ ਅਪ ਐਂਡ ਇਨਕਲਾਈਨ ਪਲੇਨ ਲੈ ਕੇ ਜਾਣੀ ਆ, ਠੀਕ ਹੈ। ਉਹਦੇ ਲਈ ਆਪਾਂ ਨੂੰ ਉਹਨੇ ਕਿਹਾ ਜੀ ਐਸਐਚ ਲੀਸਟ ਫੋਰਸ ਦੱਸ ਦਿਓ ਕਿੰਨੀ, ਤੇ देयरफॉर ਇਸ ਕੇਸ ਲੀਸਟ ਫੋਰਸ ਜਿਹੜੀ ਹੋਏਗੀ ਉਹ ਮੇਰੀ mg sin 30 प्लस f, यानी आ माइनस ਦੀ ਥਾਂ ਤੇ ਪਲੱਸ ਨਾ ਬਣਾ ਦਿਓ ਤੇ ਸੈਕਿੰਡ ਵੈਲਿਊ ਬਣ ਜਾਣੀ ਹੋ ਜੂ। यस सर। क्लियर है? जिन्होंने नहीं कीते सी न्यूमेरिकल क्या ਉਹਨਾਂ ਨੂੰ क्लियर आ? सर हाँ जी बोलो, जल्दी जल्दी बोलो बेटा। सर
सर इसमें वर्क वाला फॉर्मूला निकाल के वर्क की जगह पे F इंटू एस नहीं लगा सकते? ਉਹ ਤੇ ਫਿਰ S ਕਿੱਥੋਂ ਲਿਆਣਾ ਆਪਾਂ ਨੂੰ S ਤਾਂ ਡਿਸਪਲੇਸਮੈਂਟ ਤਾਂ ਗਿਵਨ ਹੀ ਨਹੀਂ ਹੈਗੀ सर वो तो कट जाएंगे, ਕੀ ਚੀਜ਼ वर्क की जगह F इंटू एस लगा देंगे। ਉਹ ਤਾਂ ਫਿਰ ਕੱਟ ਦਿਓ ਫਿਰ F ਹੀ ਕੱਢਿਆ ਆਪਾਂ ਕੱਢਿਆ ਤਾਂ ਭਾਈ सर बट आया नहीं था ਕੀ ਉਹ ਤਾਂ ਤੂੰ ਆ आंसर। mg into sin theta plus mu cos theta into s ਤੇ ਦੂਜੇ ਪਾਸੇ f into s ਆਈ ਕਹਿੰਦੀ ਵੀ यस सर। ਤਾਂ ਤੇ ਅੱਲਾ ਕੱਟ ਦੇ s ਆ s ਕੱਟ ਦਿੱਤਾ ਤੇ f ਦਾ ਜੋ ਆ ਫਾਰਮੂਲਾ ਲਿਖਿਆ ਤੇ ਜੋ ਆਪਾਂ ਇੱਥੇ ਲਿਖਿਆ f ਦੀ ਥਾਂ ਤੇ ਜੇ ਇੱਥੇ ਮੈਂ ਲਿਖ ਦਵਾਂ ਤੇ mu mg cos 30 ਆਈ ਲਿਖਣਾ ਆਈ ਬਣਿਆ ਆ ਸੇਮ ਹੀ ਲਿਖਿਆ ਆਪਾਂ ਇੱਥੇ ਕੀ ਫਰਕ ਪਾਇਆ ओके सर। सेम ही है कोई फर्क थोड़ा हाँ जी चलो नेक्स्ट न्यूमेरिकल नोट करो ਜਿਹੜੇ ਟਰਾਈ ਕਰਨੇ ਆ ਤੁਸੀਂ ਇੱਕ 8th ਕੱਲ ਛੱਡਿਆ ਸੀ ਆਪਾਂ 8th ਦਾ ਇਹ ਇੱਕ ਵਾਰੀ ਟਰਾਈ ਕਰਿਓ ਠੀਕ ਹੈ ਉਦਾਂ ਕਰਵਾਉਂਗਾ ਮੈਂ ਹੀ ਕੱਲ ਨੂੰ ਇੱਕ ਵਾਰੀ ਟਰਾਈ ਜ਼ਰੂਰ ਕਰ ਲਿਓ 8th ਮੈਂ ਕਿਹਾ ਸੀ ਦੋ ਵਾਰੀ ਆ ਪਹਿਲੇ ਵਾਲੇ ਨੂੰ 8th A ਲਿਖ ਲਓ ਦੂਜੇ ਵਾਲੇ ਨੂੰ 8th B ਕਹਿ ਲਓ 8th A ਇੱਕ ਟਰਾਈ ਕਰਿਓ ਇੱਕ 10th ਤੇ ਇੱਕ 11th तीन न्यूमेरिकल सिर्फ एक 8th A एक 10th ते एक 11th क्लियर है सारे नु बेटा Yes, sir. यस सर। Sir.